हेलो स्टूडेंट्स, आज अहीं करनी है फूड प्रिजर्वेशन। मतलब फूड ਨੂੰ बचा के प्रिजर्व करके ही रखना है। फूड ਨੂੰ प्रिजर्व करना बहुत ज़्यादा ज़रूरी होता है क्योंकि अहीं इक्को टाइम ते बनया होया सारा खाना नहीं खाने। अहीं खाना बना के रख दिंदे आ, फिर उन्होंने हौली हौली खाते रहने आ। ਹੁਣ ਉਹ ਬਣਿਆ ਹੋਇਆ ਖਾਣਾ ਨੂੰ ਪ੍ਰੀਜ਼ਰਵ ਕਰਨਾ ਹੈ ਕਿਉਂਕਿ ਉਹਨੂੰ ਅਸੀਂ ਬਾਅਦ ਵਿੱਚ ਖਾਣਾ ਨਹੀਂ ਤੇ ਜੇ ਉਹ ਖਰਾਬ ਹੋ ਗਿਆ ਤੇ ਉਹਨੂੰ ਅਸੀਂ ਖਾ ਲਿਆ ਤੇ ਅਸੀਂ ਵੀ ਬਿਮਾਰ ਹੋ ਜਾਣਾ। ਇਸ ਕਰਕੇ ਫੂਡ ਨੂੰ ਪ੍ਰੀਜ਼ਰਵ ਕਰਨਾ, ਸਾਰੇ ਫੂਡ ਨੂੰ ਪ੍ਰੀਜ਼ਰਵ ਕਰਨ ਦਾ ਤਰੀਕਾ ਇੱਕੋ ਜਿਹਾ ਨਹੀਂ ਹੁੰਦਾ। ਜਿਵੇਂ ਤੁਹਾਡੇ ਘਰ ਅਚਾਰ ਪਿਆ ਉਹਨੂੰ ਤੁਸੀਂ ਅਲੱਗ ਢੰਗ ਨਾਲ ਪ੍ਰੀਜ਼ਰਵ ਕਰਦੇ ਜੇ, ਤੁਹਾਡੇ ਘਰ ਜੈਮ ਪਿਆ ਉਹਨੂੰ ਪ੍ਰੀਜ਼ਰਵ ਅਲੱਗ ਤਰੀਕੇ ਦੇ ਨਾਲ ਕੀਤਾ ਗਿਆ ਹੁੰਦਾ। ਇਹਦਾ ਮਤਲਬ ਫੂਡ ਦੇ ਵਿੱਚ ਜਿਹੜੇ ਵੀ ਉਹਦੇ ਕੈਮੀਕਲਸ ਪ੍ਰੈਜ਼ੈਂਟ ਆ ਉਹਦੇ ਬੇਸ 'ਤੇ ਕਿ ਉਹਨੂੰ ਪ੍ਰੀਜ਼ਰਵ ਕੀਤਾ ਜਾਂਦਾ ਹੈ ਨਾ। ਇਹਦੇ ਵਿੱਚ ਹੁਣ ਉਹਨਾਂ ਨੇ ਤੁਹਾਨੂੰ ਚੈਪਟਰ ਵਿੱਚ ਕੀ ਦੱਸਿਆ ਤੇ ਇਹਦੇ ਵਿੱਚ ਤੁਸੀਂ ਕਰਨਾ ਕੀ ਹੈ ਜਿਹੜਾ ਪੇਪਰ ਦੇ ਵਿੱਚ ਆਏਗਾ, ਮਤਲਬ ਇੰਪੋਰਟੈਂਟ ਹੈ ਉਹਦੇ ਬੇਸ 'ਤੇ। ਸਭ ਤੋਂ ਪਹਿਲਾਂ ਤਾਂ ਫੂਡ ਪ੍ਰੀਜ਼ਰਵੇਸ਼ਨ ਹੁੰਦੀ ਕੀ ਹੈ, ਸਭ ਤੋਂ ਪਹਿਲਾਂ ਤੁਹਾਨੂੰ ਇਹ ਵੇਖਣਾ ਫੂਡ ਨੂੰ ਪ੍ਰੀਜ਼ਰਵ ਕਿਉਂ ਕੀਤਾ ਜਾਣਾ ਚਾਹੀਦਾ ਹੈ। ਉਹ ਵਾਲਾ ਸਾਰਾ ਕੁਛ ਇਹ ਪੈਰਾਗ੍ਰਾਫ ਦੇ ਅੰਦਰ ਹੈ, ਠੀਕ ਹੈ। ਹੁਣ ਅਸੀਂ ਪੜ੍ਹਦੇ ਹਾਂ। ਕਹਿੰਦੇ ਇਨ ਚੈਪਟਰ ਫਸਟ ਵੀ ਹੈਵ ਲਰਨਡ ਅਬਾਊਟ ਦ ਮੈਥਡ ਯੂਜ਼ ਟੂ ਪ੍ਰੀਜ਼ਰਵ ਐਂਡ ਸਟੋਰ ਫੂਡ ਗ੍ਰੇਨਸ। ਅਸੀਂ ਚੈਪਟਰ ਫਸਟ ਦੇ ਵਿੱਚ ਵੇਖ ਲਿਆ ਸੀ ਕਿ ਫੂਡ ਨੂੰ ਸਟੋਰ ਕਿਸ ਤਰ੍ਹਾਂ ਕੀਤਾ ਜਾਂਦਾ ਹੈ ਨਾ, ਫੂਡ ਗ੍ਰੇਨਸ ਨੂੰ। ਅਤੇ ਹੁਣ ਕਹਿੰਦੇ ਹਾਊ ਟੂ ਵੀ ਪ੍ਰੀਜ਼ਰਵ ਕੁਕਡ ਫੂਡ ਐਟ ਹੋਮ। ਕੁੱਕ ਫੂਡ ਨੂੰ ਕਿਸ ਤਰ੍ਹਾਂ ਪ੍ਰੀਜ਼ਰਵ ਕੀਤਾ ਜਾਂਦਾ ਹੈ। ਜਿਵੇਂ ਮੰਨ ਲਓ ਘਰੇ ਸਬਜ਼ੀ ਬਣੀ ਆ ਹੈ ਨਾ, ਅਤੇ ਉਹਨੂੰ ਪ੍ਰੀਜ਼ਰਵ ਕਰਨਾ ਕਿਸ ਤਰ੍ਹਾਂ। ਅਫਕੋਰਸ ਉਹਨੂੰ ਗਰਮ ਕਰਕੇ ਥੋੜ੍ਹਾ ਜਿਹਾ ਠੰਡਾ ਕਰਕੇ ਫਿਰ ਉਹਨੂੰ ਫਰਿੱਜ 'ਚ ਰੱਖ ਦਾਂਗੇ। ਕਿਉਂ ਰੱਖਾਂਗੇ ਫਰਿੱਜ ਵਿੱਚ? ਕਿਉਂਕਿ ਬਾਹਰ ਮਾਈਕਰੋ ਔਰਗੈਨਿਜ਼ਮਸ ਨੂੰ ਪ੍ਰੋਪਰ ਕੰਡੀਸ਼ਨਸ ਮਿਲਦੀਆਂ ਪਈਆਂ ਗਰੋ ਕਰਨ ਦੇ ਲਈ, ਆਪਣੀ ਪਾਪੂਲੇਸ਼ਨ ਨੂੰ ਵਧਾਉਣ ਦੇ ਲਈ। ਪਰ ਜਦੋਂ ਇਹਨੂੰ ਫਰਿੱਜ ਵਿੱਚ ਰੱਖਤਾ, ਫਰਿੱਜ ਦਾ ਟੈਂਪਰੇਚਰ ਅਤੇ ਬਾਹਰ ਦਾ ਟੈਂਪਰੇਚਰ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਫਰਿੱਜ ਦਾ ਟੈਂਪਰੇਚਰ ਕਿੰਨਾ ਘੱਟ ਹੁੰਦਾ, ਬਾਹਰ ਦਾ ਟੈਂਪਰੇਚਰ ਕਿੰਨਾ ਜ਼ਿਆਦਾ ਹੁੰਦਾ। ਇਸੇ ਕਰਕੇ ਗਰਮੀਆਂ ਦੇ ਵਿੱਚ ਚੀਜ਼ਾਂ ਜਿਹੜੀਆਂ ਜਲਦੀ ਖਰਾਬ ਹੁੰਦੀਆਂ ਸਰਦੀਆਂ ਦੇ ਨਾਲੋਂ। ਟੈਂਪਰੇਚਰ ਘੱਟ ਹੋਇਆ, ਮਾਈਕਰੋ ਔਰਗੈਨਿਜ਼ਮਸ ਨੂੰ ਗਰੋ ਕਰਨ ਦੀ ਪ੍ਰੋਪਰ ਕੰਡੀਸ਼ਨਸ ਨਹੀਂ ਮਿਲੀਆਂ। ਜਦੋਂ ਉਹਨਾਂ ਨੂੰ ਪ੍ਰੋਪਰ ਕੰਡੀਸ਼ਨਸ ਹੀ ਨਹੀਂ ਮਿਲੀਆਂ ਗਰੋ ਕਰਨ ਦੀਆਂ, ਉਹਨਾਂ ਨੇ ਗਰੋ ਹੀ ਨਹੀਂ ਕਰਨਾ ਇੰਨਾ ਜ਼ਿਆਦਾ, ਉਹਨਾਂ ਨੇ ਪਾਪੂਲੇਸ਼ਨ ਹੀ ਨਹੀਂ ਵਧਾ ਪਾਉਣਾ ਅਤੇ ਚੀਜ਼ਾਂ ਜਿਹੜੀਆਂ ਖਰਾਬ ਨਹੀਂ ਹੋਣੀਆਂ। ਇਸ ਕਰਕੇ ਅਸੀਂ ਚੀਜ਼ਾਂ ਨੂੰ ਪ੍ਰੀਜ਼ਰਵ ਕਰਦੇ ਹਾਂ ਫਰਿੱਜ ਦੇ ਵਿੱਚ। ਕਹਿੰਦੇ ਹੁਣ ਤੁਹਾਡੀ ਜਿਹੜੀ ਬ੍ਰੈਡ ਹੈ ਉਹ ਬਾਹਰ ਪਈ ਰਹਿ ਗਈ, ਠੀਕ ਹੈ, ਮੋਇਸਟ ਕੰਡੀਸ਼ਨਸ ਦੇ ਵਿੱਚ ਪਈ, ਮਤਲਬ ਥੋੜ੍ਹਾ ਮੋਇਸਚਰ ਜਿਹੜਾ ਕੰਟੈਂਟ ਹੈ ਉਹ ਹੈ। ਉਹਨੂੰ ਉਹਦੇ 'ਤੇ ਅਟੈਕ ਕੌਣ ਕਰੇਗਾ? ਫੰਗਸ। ਕਿਉਂਕਿ ਜਿੱਥੇ ਆ ਜਾਂਦੀ ਨਾ ਮੋਇਸਟ ਕੰਡੀਸ਼ਨਸ, ਸਭ ਤੋਂ ਫੇਵਰੇਬਲ ਕੰਡੀਸ਼ਨ ਮੋਇਸਟ ਕੰਡੀਸ਼ਨ ਜਿਹੜੀ ਹੁੰਦੀ ਹੈ ਫੰਗਸ ਦੇ ਲਈ। ਫੰਗਸ ਬਹੁਤ ਜਲਦੀ ਗਰੋ ਕਰਦਾ ਜਿੱਥੇ ਕੰਡੀਸ਼ਨ ਮੋਇਸਟ ਹੋਵੇ। ਮਾਈਕਰੋ ਔਰਗੈਨਿਜ਼ਮਸ ਮੋਇਸਟ ਸਪੋਇਲ ਅਵਰ ਫੂਡ, ਅਤੇ ਮਾਈਕਰੋ ਔਰਗੈਨਿਜ਼ਮਸ ਨੇ ਸਾਡਾ ਖਾਣਾ ਜਿਹੜਾ ਵਾ ਉਹ ਖਰਾਬ ਕਰ ਦੇਣਾ। ਹੁਣ ਸਪੋਇਲਡ ਸਾਨੂੰ ਪਤਾ ਕਿਸ ਤਰ੍ਹਾਂ ਚੱਲੇਗਾ ਕਿ ਫੂਡ ਜਿਹੜਾ ਸਪੋਇਲਡ ਹੋ ਗਿਆ? ਸਭ ਤੋਂ ਪਹਿਲੀ ਗੱਲ ਉਹਦੇ ਤੋਂ ਗੰਦੀ ਸਮੈਲ ਆਉਂਦੀ ਹੈ, ਉਹਦਾ ਟੇਸਟ ਵੀ ਗੰਦਾ ਹੁੰਦਾ, ਉਹਦਾ ਕਲਰ ਜਿਹੜਾ ਵਾ ਉਹ ਚੇਂਜ ਹੋ ਜਾਂਦਾ ਹੈ। ਕਹਿੰਦੇ ਕਿ ਜਿਹੜਾ ਸਪੋਇਲ ਹੁੰਦਾ ਫੂਡ ਉਹਦੀ ਵੀ ਕੋਈ ਕੈਮੀਕਲ ਰਿਐਕਸ਼ਨ ਹੁੰਦੀ ਹੈ। ਅਫਕੋਰਸ ਹੁੰਦੀ ਹੈ, ਕਿਉਂਕਿ ਜਦੋਂ ਵੀ ਕੋਈ ਮਾਈਕਰੋ ਔਰਗੈਨਿਜ਼ਮ ਕਿਸੇ ਚੀਜ਼ 'ਤੇ ਕਰੇਗਾ, ਮਤਲਬ ਅਟੈਕ ਕਰਦਾ ਹੈ, ਅਤੇ ਉਹਦੇ ਕੈਮੀਕਲਸ ਨੂੰ ਹੀ ਚੇਂਜ ਕਰਦਾ ਹੈ। ਇਸ ਕਰਕੇ ਉਹਦੇ ਵਿੱਚ ਕੈਮੀਕਲ ਰਿਐਕਸ਼ਨ ਹੁੰਦੀ ਹੈ, ਤਾਂ ਹੀ ਉਹਦਾ ਕਲਰ ਚੇਂਜ ਹੋਇਆ, ਤਾਂ ਹੀ ਉਹਦੀ ਸਮੈਲ ਚੇਂਜ ਹੋਈ, ਤਾਂ ਹੀ ਉਹਦਾ ਟੇਸਟ ਹੈ ਜਿਹੜਾ ਬੈਡ ਹੋਇਆ, ਕਿਉਂਕਿ ਉਹਦੇ ਅੰਦਰ ਕੈਮੀਕਲ ਚੇਂਜ ਹੋ ਗਿਆ। Pahidi bought some mangoes but she could not eat them for few days. Later she found that they were spoiled and rotten. But she knows that the mango pickle her grandmother makes does not spoil for a long time. She is confused. Let us study the common methods of preserving food in our homes. We have to save it from the attack of microorganisms. पूरे पैराग्राफ ਦੇ ਵਿੱਚ ਉਹਨਾਂ ਨੇ ਕੀ ਕਿਹਾ? ਉਹਨਾਂ ਨੇ ਕਿਹਾ ਹੈ ਕਿ ਪਹੇਲੀ ਨਾਮ ਦੀ ਕੁੜੀ ਸੀ, ਉਹਨੇ ਅੰਬ ਲਿਆਂਦੇ। ਜਦੋਂ ਉਹਨੇ ਅੰਬ ਲਿਆਂਦੇ ਤਾਂ ਉਹਨੂੰ ਕੁਛ ਦਿਨਾਂ ਤੱਕ ਨਹੀਂ ਖਾਧੇ, ਅਤੇ ਉਹਨੇ ਬਾਅਦ ਵਿੱਚ ਕਿਹਾ ਅੰਬ ਖਰਾਬ ਹੋ ਗਏ, ਗਲ ਗਏ। ਪਰ ਉਹਨੇ ਕਿਹਾ ਮੇਰੀ ਦਾਦੀ ਮਾਂ ਨੇ ਤਾਂ ਅੰਬਾਂ ਦਾ ਅਚਾਰ ਪਾਇਆ ਵਾ, ਉਹ ਤਾਂ ਇੰਨੇ ਟਾਈਮ ਦਾ ਪਿਆ, ਉਹ ਸਪੋਇਲ ਨਹੀਂ ਹੋਇਆ। ਉਹ ਬੜੀ ਕਨਫਿਊਜ਼ ਹੋ ਗਈ ਕਿ ਉਹ ਵੀ ਅੰਬ ਦਾ ਬਣਿਆ ਵਾ, ਉਹ ਸਪੋਇਲ ਹੋਇਆ। ਮੈਂ ਅੰਬ ਲਿਆਂਦੇ 4 ਦਿਨ ਨਹੀਂ ਹੋਏ ਅੰਬਾਂ ਨੂੰ ਲਿਆਂਦੇ ਹੋਏ, ਇਹ ਖਰਾਬ ਹੋ ਗਏ। ਅਤੇ ਹੁਣ ਇਹ ਕਿਉਂ ਹੈ? ਇਹ ਸਾਨੂੰ ਸਾਰਿਆਂ ਨੂੰ ਪਤਾ ਹੈ ਅੰਬਾਂ ਦੇ ਅਚਾਰ 'ਚ ਅਤੇ ਅੰਬਾਂ ਦੇ ਵਿੱਚ ਕਿੰਨਾ ਜ਼ਿਆਦਾ ਫਰਕ ਹੈ ਨਾ। ਅਤੇ ਹੁਣ ਹੋਇਆ ਕੀ ਹੈ, ਜਿਹੜੇ ਉਹਨੇ ਅੰਬ ਲਿਆਂਦੇ ਆ ਉਹ ਤਾਂ ਪੱਕੇ ਹੋਏ ਅੰਬ ਆ ਜਿਹਨਾਂ ਨੂੰ ਖਾਣਾ ਜ਼ਰੂਰੀ ਨਹੀਂ, ਅਤੇ ਉਹ ਬਾਅਦ ਵਿੱਚ ਖਰਾਬ ਹੋ ਜਾਣਗੇ। ਪਰ ਅੰਬ ਦਾ ਅਚਾਰ ਉਹਨੂੰ ਪ੍ਰੀਜ਼ਰਵ ਕੀਤਾ ਗਿਆ, ਨਹੀਂ ਤਾਂ ਉਹਨੇ ਵੀ ਖਰਾਬ ਹੋ ਜਾਣਾ ਸੀ। ਉਹਨੂੰ ਪ੍ਰੀਜ਼ਰਵ ਕਿਹਦੇ 'ਚ ਕੀਤਾ ਗਿਆ? ਤੇਲ ਦੇ ਵਿੱਚ, ਲੂਣ ਦੇ ਵਿੱਚ। ਅਚਾਰ ਦੇ ਵਿੱਚ ਬਹੁਤ ਜ਼ਿਆਦਾ ਲੂਣ ਪਾਉਂਦੇ ਆ ਅਤੇ ਨਾਲ ਤੇਲ ਦੇ ਵਿੱਚ ਉਹਨੂੰ ਭਿਓ ਕੇ ਰੱਖਦੇ ਆ ਤਾਂ ਜੋ ਉਹ ਇਨਵਾਇਰਮੈਂਟ, ਮਤਲਬ ਆਕਸੀਜਨ ਏਅਰ ਦੇ ਕੰਟੈਕਟ ਦੇ ਵਿੱਚ ਨਾ ਆਵੇ। ਜਦੋਂ ਉਹਨੇ ਏਅਰ ਦੇ ਕੰਟੈਕਟ ਵਿੱਚ ਨਹੀਂ ਆਉਣਾ, ਆਸੇ ਪਾਸੇ ਇਨਵਾਇਰਮੈਂਟ ਦੇ ਕੰਟੈਕਟ ਦੇ ਵਿੱਚ ਨਹੀਂ ਆਉਣਾ, ਅਤੇ ਉਹਨੇ ਖਰਾਬ ਨਹੀਂ ਹੋਣਾ। ਕਿਉਂ? ਕਿਉਂਕਿ ਉਹਦੀ ਰਿਐਕਸ਼ਨ ਹੀ ਨਹੀਂ ਹੋਈ ਇਨਵਾਇਰਮੈਂਟ ਦੇ ਵਿੱਚ ਜਿਹੜੀਆਂ ਚੀਜ਼ਾਂ ਪ੍ਰੈਜ਼ੈਂਟ ਹੈ। ਉਹ ਜਿਹੜਾ ਤੇਲ ਹੈ ਉਹਨੇ ਦੋਨਾਂ ਦਾ ਜਿਹੜਾ ਹੈਗਾ ਵਾ
ਇਨਵਾਇਰਮੈਂਟ ਤੁਸੀਂ ਕਹਿ ਸਕਦੇ ਜੇ ਉਹਨੂੰ ਅਲੱਗ ਕਰਤਾ। ਜਦੋਂ ਕਿਸੇ ਚੀਜ਼ ਨੂੰ ਤੇਲ ਦੇ ਵਿੱਚ ਭਿਓ ਦਿੰਦੇ ਆ ਉਹ ਚੀਜ਼ ਦਾ ਬਾਹਰੋਂ ਕੰਟੈਕਟ ਹੈ ਜਿਹੜਾ ਉਹ ਬਹੁਤ ਘੱਟ ਜਾਂਦਾ ਹੈ, ਕਿਉਂਕਿ ਪਾਣੀ ਦੇ ਨਾਲ ਤੇ ਤੇਲ ਮਿਕਸ ਨਹੀਂ ਹੋਣਾ, ਪਾਣੀ ਨਾਲ ਕੰਟੈਕਟ ਨਹੀਂ ਆਇਆ, ਤੇਲ ਉੱਪਰ ਆ, ਹਵਾ ਨੇ ਥੱਲੇ ਜਾਣਾ ਨਹੀਂ, ਇਸ ਕਰਕੇ ਉਹਨੂੰ ਮਾਈਕਰੋ ਆਰਗੈਨਿਜ਼ਮਸ ਨੂੰ ਪ੍ਰੋਪਰ ਕੰਡੀਸ਼ਨ ਹੀ ਨਹੀਂ ਮਿਲਣੀ ਕਿ ਅਸੀਂ ਅਚਾਰ ਨੂੰ ਖਰਾਬ ਕਰ ਸਕੀਏ। ਪਰ ਹਾਂ ਜਿਹੜੇ ਅਚਾਰ ਦੇ ਪੀਸਿਸ ਆ ਉਹ ਉੱਪਰ ਰਹਿ ਜਾਂਦੇ ਆ ਤੇ ਨਾਲ ਕੰਟੈਕਟ ਦੇ ਵਿੱਚ ਆ ਜਾਂਦੇ ਆ ਬਾਹਰ ਵਾਲੇ ਇਨਵਾਇਰਮੈਂਟ ਦੇ, ਉਹਦੇ 'ਤੇ ਵਾਈਟ ਜਿਹੀ ਇੱਕ ਚੀਜ਼ ਆ ਜਾਂਦੀ ਹੈ, ਉਹ ਹੁੰਦੀ ਹੈ ਫੰਗਸ, ਜਦੋਂ ਅਚਾਰ ਨੂੰ ਉੱਲੀ ਲੱਗ ਜਾਂਦੀ ਹੈ। ਹੁਣ ਇਹ ਅਲੱਗ-ਅਲੱਗ ਮੈਥਡਸ ਪੜ੍ਹਨੇ ਆ ਕਿ ਅਸੀਂ ਚੀਜ਼ਾਂ ਨੂੰ ਪ੍ਰੀਜ਼ਰਵ ਕਿਸ ਤਰ੍ਹਾਂ ਕਰਨਾ ਹੈ। ਸਭ ਤੋਂ ਪਹਿਲਾਂ ਕੈਮੀਕਲ ਮੈਥਡ ਹੈ, ਕਹਿੰਦੇ ਸਾਲਟਸ ਐਂਡ ਈਡੇਬਲ ਆਇਲਸ ਆਰ ਕਾਮਨ, ਐਡੀਬਲ ਆਇਲਸ ਆਰ ਕਾਮਨ, ਕੈਮੀਕਲਸ ਜਨਰਲੀ ਯੂਜ਼ ਟੂ ਚੈੱਕ ਦ ਗਰੋਥ ਆਫ ਦ ਮਾਈਕਰੋ ਆਰਗੈਨਿਜ਼ਮਸ। ਸਾਲਟ ਅਤੇ ਬੜੇ ਸਾਰੇ ਐਡੀਬਲ ਆਇਲ ਜਿਹੜੇ ਆ ਉਹ ਬੜਾ ਹੀ ਕਾਮਨ ਜਿਹਾ ਕੈਮੀਕਲ ਹੈਗੇ ਆ ਜਿਨ੍ਹਾਂ ਨੂੰ ਅਸੀਂ ਮਾਈਕਰੋ ਆਰਗੈਨਿਜ਼ਮਸ ਦੀ ਗਰੋਥ ਨੂੰ ਘਟਾ ਸਕਦੇ ਹਾਂ, ਜਿਨ੍ਹਾਂ ਦੇ ਨਾਲ ਇਹਨਾਂ ਨੂੰ ਕੀ ਕਿਹਾ ਜਾਂਦਾ ਹੈ, ਪ੍ਰੀਜ਼ਰਵੇਟਿਵਸ। ਕਿਉਂਕਿ ਚੀਜ਼ਾਂ ਪ੍ਰੀਜ਼ਰਵ ਕਰਨ ਦੇ ਵਿੱਚ ਕੰਮ ਆਉਂਦੇ ਆ, ਜਿਹਦੇ ਨਾਲ ਮਾਈਕਰੋ ਆਰਗੈਨਿਜ਼ਮਸ ਦੀ ਗਰੋਥ ਹੈ ਉਹਨਾਂ 'ਤੇ ਚੈੱਕ ਲੱਗ ਜਾਂਦਾ ਵਾ, ਇੱਕ ਗਰੋਥ ਜਿਹੜੀ ਆ ਉਹਨਾਂ ਨੂੰ ਬਹੁਤ ਜਲਦੀ ਨਹੀਂ ਵੱਧਦੀ। ਵੀ ਐਡ ਸਾਲਟ ਔਰ ਐਸਿਡ ਪ੍ਰੀਜ਼ਰਵੇਟਿਵਸ ਟੂ ਪਿਕਲਸ ਟੂ ਪ੍ਰੀਵੈਂਟ ਦ ਅਟੈਕ ਆਫ ਮਾਈਕਰੋਬਸ। ਅਸੀਂ ਅਚਾਰਾਂ ਦੇ ਵਿੱਚ ਕੀ ਪਾਉਂਦੇ ਹਾਂ, ਸਾਲਟ ਪਾਉਂਦੇ ਹਾਂ ਅਤੇ ਨਾਲ ਐਸਿਡ ਪ੍ਰੀਜ਼ਰਵੇਟਿਵਸ ਪਾਉਂਦੇ ਹਾਂ, ਜਿਵੇਂ ਅਸੀਂ ਵਿਨੇਗਰ ਵੀ ਪਾਉਂਦੇ, ਕਈ ਲੋਕ ਨਾ ਸਿਰਕਾ ਵੀ ਪਾਉਂਦੇ, ਜਿਹੜਾ ਬਾਹਰੋਂ ਅਚਾਰ ਲਿਆਉਂਦੇ ਉਹਦੇ ਵਿੱਚ ਮੈਜੋਰਿਟੀ ਵਾਈਜ਼ ਵੇਖੀਏ ਤਾਂ ਸਿਰਕਾ ਹੀ ਹੁੰਦਾ ਹੈ। ਸੋਡੀਅਮ ਬੈਂਜ਼ੋਏਟ, ਇਹ ਵਾਈਟ ਕਲਰ ਦਾ ਇੱਕ ਕੈਮੀਕਲ ਹੁੰਦਾ ਹੈ, ਜੈਮ ਵਗੈਰਾ ਦੇ ਵਿੱਚ ਜ਼ਿਆਦਾ ਪਾਇਆ ਜਾਂਦਾ ਹੈ। ਐਂਡ ਸੋਡੀਅਮ ਮੈਟਾਬਾਈਸਲਫਾਈਟ ਆਰ ਕਾਮਨ ਪ੍ਰੀਜ਼ਰਵੇਟਿਵਸ। ਜਦੋਂ ਤੁਸੀਂ ਜੈਮ ਉੱਤੇ ਵੇਖਦੇ ਜੇ ਨਾ ਉਹਨਾਂ ਦੇ ਵਿੱਚ ਕੀ ਮਿੱਠੀਆਂ ਚੀਜ਼ਾਂ, ਉਹਨਾਂ ਦੇ ਵਿੱਚ ਕੀ ਪਾਇਆ ਜਾਂਦਾ ਵਾ, ਸਕੁਐਸ਼ ਹੋ ਗਈ ਵਗੈਰਾ ਹੈ ਨਾ, ਉਹਦੇ ਵਿੱਚ ਕੀ ਪਾਇਆ ਜਾਂਦਾ, ਸੋਡੀਅਮ ਬੈਂਜ਼ੋਏਟ ਐਜ਼ ਅ ਪ੍ਰੀਜ਼ਰਵੇਟਿਵ, ਤਾਂ ਕਿ ਉਹ ਜਲਦੀ ਖਰਾਬ ਨਾ ਹੋਵੇ। ਆ ਲਿਖਿਆ ਹੀ ਆ ਥੱਲੇ, ਦੀਜ਼ ਆਰ ਆਲਸੋ ਯੂਜ਼ਡ ਇਨ ਜੈਮਸ ਐਂਡ ਸਕੁਐਸ਼ਸ ਟੂ ਚੈੱਕ ਦੇਅਰ ਸਪੋਇਲੇਜ, ਹੈ ਨਾ। ਸੋਡੀਅਮ ਬੈਂਜ਼ੋਏਟ ਅਤੇ ਇਹਨਾਂ ਦੇ ਵਿੱਚ ਪਾਇਆ ਜਾਂਦਾ ਹੈ ਤਾਂ ਜੋ, ਕਿਉਂਕਿ ਇੱਕ ਮਿੱਠਾ ਇਹਨਾਂ ਦਾ ਸਵਾਦ ਨਹੀਂ ਚੇਂਜ ਹੁੰਦਾ ਹੈ ਨਾ, ਅਤੇ ਨਾਲ ਮਿੱਠੀਆਂ ਚੀਜ਼ਾਂ ਨੂੰ ਮਾਈਕਰੋ ਆਰਗੈਨਿਜ਼ਮਸ ਲੱਗਦੇ ਆ ਬੜੀ ਜਲਦੀ, ਅਤੇ ਇਸ ਕਰਕੇ ਉਹ ਇਹਨਾਂ ਦਾ ਟੇਸਟ ਵੀ ਬਰਕਰਾਰ ਰੱਖਦਾ ਹੈ ਅਤੇ ਨਾਲ ਇਹਨਾਂ ਨੂੰ ਮਾਈਕਰੋ ਆਰਗੈਨਿਜ਼ਮਸ ਦੇ ਹਮਲੇ ਤੋਂ ਵੀ ਬਚਾਉਂਦਾ ਹੈ। ਹੁਣ ਪ੍ਰੀਜ਼ਰਵੇਸ਼ਨ ਬਾਈ ਕਾਮਨ ਸਾਲਟ, ਤੁਸੀਂ ਆਮ ਹੀ ਵੇਖਿਆ ਹੋਊਗਾ ਜਿਹੜੇ ਮੱਛੀਆਂ ਜਾਂ ਫਿਸ਼ ਜਾਂ ਮੀਟ ਹੁੰਦੇ ਆ ਉਹਨਾਂ ਦੀ ਦੁਕਾਨਾਂ ਦੇ ਵਿੱਚ ਮੀਟ ਨੂੰ ਕਿਸ ਤਰ੍ਹਾਂ ਪ੍ਰੀਜ਼ਰਵ ਕਰਦੇ ਆ, ਆਈਸ ਦੇ ਨਾਲ, ਸਾਲਟ ਦੇ ਨਾਲ। ਫਿਸ਼ ਨੂੰ ਖਾਸ ਕਰਕੇ ਬਹੁਤ ਸਾਰਾ ਸਾਲਟ ਲਗਾ ਕੇ ਨਾਲ ਬੜੀ ਸਾਰੀ ਆਈਸ ਰੱਖ ਕੇ ਉਹਨੂੰ ਪ੍ਰੀਜ਼ਰਵ ਕੀਤਾ ਜਾਂਦਾ, ਤਾਂ ਜੋ ਇੱਕ ਤਾਂ ਉਹਦੀ ਸਮੈਲ ਜਿਹੜੀ ਆ ਉਹ ਬਹੁਤੀ ਨਾ ਫੈਲੇ, ਨਾਲ ਸਮੈਲ ਆਵੇ ਵੀ ਨਾ, ਅਤੇ ਨਾਲ ਦੂਜਾ ਕਿ ਉਹ ਫਰੈਸ਼ ਰਹੇ। ਹੁਣ ਅਸੀਂ ਇਹਦੇ 'ਚ ਵੇਖਦੇ ਹਾਂ, ਇਹਦੇ 'ਚ ਕੀ ਲਿਖਿਆ ਹੈ, ਕਹਿੰਦੇ ਕਾਮਨ ਸਾਲਟ ਹੈਜ਼ ਬੀਨ ਯੂਜ਼ਡ ਟੂ ਪ੍ਰੀਜ਼ਰਵ ਮੀਟ ਐਂਡ ਫਿਸ਼ ਫੋਰ ਏਜਿਸ। ਹਾਂਜੀ, ਉਹੀ ਚੀਜ਼ ਲਿਖਿਆ, ਮੀਟ ਅਤੇ ਫਿਸ਼ ਨੂੰ ਉਹਨਾਂ ਦੀ ਪ੍ਰੀਜ਼ਰਵੇਸ਼ਨ ਦੇ ਵਿੱਚ ਯੂਜ਼ ਕੀਤਾ ਜਾਂਦਾ। ਮੀਟ ਐਂਡ ਫਿਸ਼ ਆਰ ਕਵਰਡ ਵਿਦ ਡਰਾਈ ਸਾਲਟ। ਹਾਂ, ਡਰਾਈ ਸਾਲਟ ਕੀ ਕਰਦੇ ਆ, ਫਿਸ਼ ਨੂੰ ਪੂਰੀ ਤਰ੍ਹਾਂ ਕਵਰ ਕਰ ਦਿੰਦੇ ਆ ਸਾਲਟ ਦੇ ਨਾਲ, ਹੈ ਨਾ, ਅਤੇ ਉਹਨੂੰ ਇੱਕ ਫਰੀਜ਼ਰ ਦੇ ਵਿੱਚ ਰੱਖ ਦਿੰਦੇ ਜਿੱਥੇ ਬਹੁਤ ਘੱਟ ਟੈਂਪਰੇਚਰ ਹੁੰਦਾ ਹੈ, ਤਾਂ ਜੋ ਮਾਈਕਰੋ ਆਰਗੈਨਿਜ਼ਮਸ ਦੀ ਗਰੋਥ ਉੱਤੇ ਚੈੱਕ ਲੱਗ ਸਕੇ ਅਤੇ ਉਹਨਾਂ ਦੀ ਗਰੋਥ ਜਿਹੜੀ ਹੈ ਉਹ ਰੁਕ ਸਕੇ, ਕਿਉਂਕਿ ਮੀਟ ਅਤੇ ਫਿਸ਼ ਨੂੰ ਤਾਂ ਬਹੁਤ ਜਲਦੀ ਮਾਈਕਰੋ ਆਰਗੈਨਿਜ਼ਮ ਲੱਗਦੇ ਆ ਨਾ। ਅੱਗੋਂ ਕੀ ਲਿਖਿਆ ਹੈ, ਸਾਲਟਿੰਗ ਇਜ਼ ਆਲਸੋ ਯੂਜ਼ ਟੂ ਪ੍ਰੀਜ਼ਰਵ ਆਮਲਾ, ਰॉ ਮੈਂਗੋਸ, ਟੈਮਾਰਿੰਡ ਐਟਸੈਟਰਾ। ਰॉ ਮੈਂਗੋਸ ਤੇ ਸਾਰਿਆਂ ਨੇ ਵੇਖੇ ਆ, ਹੈ ਨਾ, ਕਿਉਂਕਿ ਕੱਚੀਆਂ ਅੰਬੀਆਂ ਉੱਤੇ ਵੀ ਲੂਣ ਪਾਉਂਦੇ ਆ, ਹੈ ਨਾ, ਅਤੇ ਨਾਲ ਜਿਹੜਾ ਅਚਾਰ ਹੁੰਦਾ ਅੰਬਾਂ ਦਾ ਉਹਦੇ ਉੱਤੇ ਵੀ ਪਾਉਂਦੇ ਆ, ਔਲੇ ਦੇ ਅਚਾਰ ਵਿੱਚ ਵੀ ਪਾਉਂਦੇ ਆ, ਨਾਲ ਆਮਲਾ ਕੈਂਡੀ ਦੇ ਵਿੱਚ ਵੀ ਪਾਉਂਦੇ ਆ ਨਾ, ਨਮਕ। ਪ੍ਰੀਜ਼ਰਵੇਸ਼ਨ ਬਾਏ ਸ਼ੂਗਰ, ਹੁਣ ਸ਼ੂਗਰ ਦੇ ਨਾਲ ਵੀ ਅਸੀਂ ਚੀਜ਼ਾਂ ਨੂੰ ਪ੍ਰੀਜ਼ਰਵ ਕਰ ਸਕਦੇ ਹਾਂ, ਜਿਹੜੀਆਂ ਜੈਮ, ਜੈਲੀ, ਸਕੁਐਸ਼ਿਸ ਆ ਪ੍ਰੀਜ਼ਰਵਡ ਬਾਏ ਸ਼ੂਗਰ। ਕਿਉਂਕਿ ਇੱਕ ਤਾਂ ਉਹਨਾਂ ਦਾ ਸਵਾਦ ਨਹੀਂ ਬਦਲਣਾ। ਸ਼ੂਗਰ ਹੁਣ ਕਿਸ ਤਰ੍ਹਾਂ ਪ੍ਰੀਜ਼ਰਵ ਕਰਦੇ ਆ, ਸ਼ੂਗਰ ਨੇ ਮੋਇਸਚਰ ਕੰਟੈਂਟ ਆ ਜਿਹੜਾ ਉਹਨੂੰ ਘਟਾ ਦੇਣਾ। ਮੋਇਸਚਰ ਕੰਟੈਂਟ ਨੂੰ ਜਦੋਂ ਅਸੀਂ ਘਟਾਤਾ, ਅਸੀਂ ਉਦੋਂ ਕੀ ਹੋਊਗਾ, ਮਾਈਕਰੋ ਆਰਗੈਨਿਜ਼ਮਸ ਨੂੰ ਪ੍ਰੋਪਰ ਕੰਡੀਸ਼ਨ ਨਹੀਂ ਮਿਲਣੀ, ਜਦੋਂ ਕਿਉਂਕਿ ਉਹਨਾਂ ਨੂੰ ਇੱਕ ਇਨਵਾਇਰਮੈਂਟ ਚਾਹੀਦਾ ਹੁੰਦਾ ਵਾ ਆਪਣੀ ਪਾਪੂਲੇਸ਼ਨ ਨੂੰ ਵਧਾਉਣ ਦੇ ਲਈ, ਅਤੇ ਇਨਵਾਇਰਮੈਂਟ ਦੇ ਵਿੱਚ ਉਹ ਸਾਰੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ। ਇੱਕ ਵੀ ਚੀਜ਼ ਘੱਟ ਗਈ ਅਤੇ ਉਹਨਾਂ ਦੀ ਜਿਹੜੀ ਵਧਣ ਦੀ ਕਹਿ ਸਕਦੇ ਜੇ ਪਰਸੈਂਟੇਜ ਆ, ਉਹਦੇ ਉੱਤੇ ਬੜਾ ਵੱਡਾ ਚੈੱਕ ਲੱਗ ਜਾਂਦਾ ਹੈ। ਹੁਣ ਉਹਨਾਂ ਦੇ ਵਧਣ ਦੀ ਜਿਹੜੀ ਹੈਗੀ ਹੈ ਸਾਰੀਆਂ ਪ੍ਰੋਪਰ ਕੰਡੀਸ਼ਨਸ ਵਿੱਚੋਂ, ਸਾਰੇ ਜ਼ਰੂਰਤਾਂ ਵਿੱਚੋਂ ਇੱਕ ਮੋਇਸਚਰ ਕੰਟੈਂਟ ਦਾ ਹੋਣਾ ਬੜਾ ਜ਼ਿਆਦਾ ਜ਼ਰੂਰੀ ਹੈ। ਪਰ ਜੇਕਰ ਇਹ ਮੋਇਸਚਰ ਕੰਟੈਂਟ ਨੂੰ ਹੀ ਘਟਾ ਦਾਂਗੇ, ਬੜੇ ਸਾਰੇ ਬੈਕਟੀਰੀਆਜ਼, ਫੰਗਸ, ਹੈ ਨਾ, ਇਹਨਾਂ ਦੀ ਗਰੋਥ ਦੇ ਵਿੱਚ ਬਹੁਤ ਵੱਡੀ ਰੁਕਾਵਟ ਆ ਜਾਣੀ ਹੈ। ਸੋ ਸ਼ੂਗਰ ਵੀ ਇਹੀ ਕੰਮ ਕਰਦੀ ਹੈ, ਉਹਨੇ ਕੀ ਕਰਨਾ ਹੈ, ਉਹਨੇ ਮੋਇਸਚਰ ਕੰਟੈਂਟ ਨੂੰ ਹੀ ਘਟਾ ਦੇਣਾ, ਕੰਮ ਹੀ ਖਤਮ ਕਰਤਾ ਉਹਨੇ ਮਾਈਕਰੋ ਆਰਗੈਨਿਜ਼ਮਸ ਦਾ, ਹੈ ਨਾ। ਅੱਗੋਂ ਪ੍ਰੀਜ਼ਰਵੇਸ਼ਨ ਬਾਏ ਆਇਲ ਐਂਡ ਵਿਨੇਗਰ। ਇਹ ਵਿਨੇਗਰ ਅਤੇ ਆਇਲ ਇਹ ਤੁਸੀਂ ਘਰੇ ਵੇਖ ਲਓਗੇ, ਇਹਦਾ ਕੀ ਹੈ, ਜਿਹੜੇ ਅਚਾਰ ਪਾਉਂਦੇ ਆ। ਯੂਜ਼ ਆਫ ਆਇਲ ਐਂਡ ਵਿਨੇਗਰ ਪ੍ਰੀਵੈਂਟਸ ਸਪੋਇਲੇਜ of pickles because bacteria cannot live in such
ਸੱਚ ਐਨ ਇਨਵਾਇਰਮੈਂਟ। ਉਹਨਾਂ ਨੇ ਕਿਹਾ ਕਿ ਆਇਲ ਅਤੇ ਵਿਨੇਗਰ ਜਿਹੜੇ ਹੈ ਉਹ ਅਚਾਰ ਨੂੰ ਖਰਾਬ ਹੋਣ ਤੋਂ ਬਚਾਉਂਦੇ ਆ। ਕਿਉਂ? ਕਿਉਂਕਿ ਜਿਹੜੇ ਬੈਕਟੀਰੀਆਜ਼ ਹੈ ਉਹ ਇਹੋ ਜਿਹੇ ਇਨਵਾਇਰਮੈਂਟ ਦੇ ਵਿੱਚ ਨਹੀਂ ਰਹਿ ਸਕਦੇ, ਕਿਉਂਕਿ ਆਇਲ ਨੇ ਬਾਹਰ ਵਾਲੇ ਇਨਵਾਇਰਮੈਂਟ ਦੇ ਨਾਲ ਕੰਟੈਕਟ ਹੀ ਉਹਨਾਂ ਦਾ ਖ਼ਤਮ ਕਰਤਾ। ਅਤੇ ਜਿਹੜਾ ਹੈਗਾ ਵਿਨੇਗਰ ਉਹ ਤਾਂ ਐਸਿਡਿਕ ਮੀਡੀਅਮ ਹੈ, ਅਤੇ ਬੜੇ ਸਾਰੇ ਜਿਹੜੇ ਹੁੰਦੇ ਆ ਬੈਕਟੀਰੀਆ ਉਹ ਐਸਿਡਿਕ ਮੀਡੀਅਮ ਦੇ ਵਿੱਚ ਸਰਵਾਈਵ ਹੀ ਨਹੀਂ ਕਰ ਸਕਦੇ, ਹੈ ਨਾ। ਇਸ ਕਰਕੇ ਉਹਨਾਂ ਦੀ ਸਾਰੀਆਂ ਕੰਡੀਸ਼ਨਸ ਉੱਤੇ ਉਹਨਾਂ ਨੂੰ ਦਿੱਤੀਆਂ ਹੀ ਨਹੀਂ, ਅਤੇ ਉਹਨਾਂ ਦੀ ਪਾਪੂਲੇਸ਼ਨ ਵੀ ਨਹੀਂ ਵਧੀ, ਅਤੇ ਬਸ ਸਾਡਾ ਖਾਣਾ ਜਿਹੜਾ ਉਹ ਪ੍ਰੀਜ਼ਰਵ ਹੋ ਗਿਆ। ਵੈਜੀਟੇਬਲ, ਫਰੂਟ, ਫਿਸ਼ ਐਂਡ ਮੀਟ ਆਰ ਆਫਨ ਪ੍ਰੀਜ਼ਰਵਡ ਬਾਏ ਦਿਸ ਮੈਥਡ। ਹੁਣ ਜਿਹੜੇ ਬੜੇ ਸਾਰੇ ਵੈਜੀਟੇਬਲਸ ਜਦੋਂ ਸਬਜ਼ੀ ਬਣਾਉਂਦੇ ਹਾਂ ਅਸੀਂ ਤੇਲ 'ਚ ਬਣਾਉਂਦੇ ਹਾਂ, ਫਿਰ ਉਹਨੂੰ ਅਸੀਂ ਰੱਖ ਛੱਡਦੇ ਹਾਂ ਨਾ ਫਰਿੱਜ ਵਿੱਚ ਵੀ, ਉਹ ਪ੍ਰੀਜ਼ਰਵ ਹੁੰਦੀ ਕਿਉਂਕਿ ਉਹ 'ਚ ਤੇਲ ਹੁੰਦਾ। ਫਰੂਟਸ, ਫਿਸ਼, ਮੀਟ ਆਰ ਆਫਨ ਪ੍ਰੀਜ਼ਰਵਡ ਬਾਏ ਦਿਸ ਮੈਥਡ। ਅੱਗੋਂ ਹੈਗਾ ਹੈ ਇਹ ਸਾਰਾ, ਇਹਦੇ ਵਿੱਚ ਕੀ ਅਸੀਂ ਚੇਂਜ ਕੀਤਾ ਸੀ, ਉਹਦੀ ਬੇਸਿਕ ਅਤੇ ਐਸਿਡਿਕ ਕੰਡੀਸ਼ਨਸ ਚੇਂਜ ਕੀਤੀਆਂ, ਕਿਉਂਕਿ ਬੜੇ ਸਾਰੇ ਬੈਕਟੀਰੀਆਸ ਐਸਿਡਿਕ ਮੀਡੀਅਮ ਦੇ ਵਿੱਚ ਨਹੀਂ ਜਿੰਦਾ ਰਹਿ ਪਾਉਂਦੇ, ਅਤੇ ਬੜੇ ਸਾਰੇ ਬੈਕਟੀਰੀਆਸ ਮਾਈਕਰੋ ਆਰਗੈਨਿਜ਼ਮ ਜਿਹੜੇ ਐਸਿਡਿਕ ਕੰਡੀਸ਼ਨਸ ਵੀ ਨਹੀਂ ਰਹਿ ਪਾਉਂਦੇ, ਅਤੇ ਕਈ ਇਹੋ ਜਿਹੇ ਕਿ ਜਿਹੜੇ ਬੇਸਿਕ ਕੰਡੀਸ਼ਨਸ ਵਿੱਚ ਨਹੀਂ ਰਹਿ ਪਾਉਂਦੇ। ਕਈ ਇਹੋ ਜਿਹੇ ਹੈਗੇ ਆ ਜਿਹੜੇ ਮੋਇਸਚਰ ਕੰਟੈਂਟ ਨਾ ਮਿਲਣ 'ਤੇ ਨਹੀਂ ਰਹਿ ਪਾਉਂਦੇ। ਅਸੀਂ ਕੰਡੀਸ਼ਨਸ ਚੇਂਜ ਕਰ ਦਿੰਦੇ ਹਾਂ, ਮਾਈਕਰੋ ਆਰਗੈਨਿਜ਼ਮਸ ਆਪੇ ਖਤਮ ਹੋ ਜਾਣਗੇ ਫਿਰ ਜਦੋਂ ਉਹਨਾਂ ਨੂੰ ਕੰਡੀਸ਼ਨਸ ਹੀ ਨਹੀਂ ਮਿਲਣਗੀਆਂ। ਹੁਣ ਬੜੇ ਸਾਰੇ ਮਾਈਕਰੋ ਆਰਗੈਨਿਜ਼ਮਸ ਜਿਹੜੇ ਹੈ ਉਹ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਟੈਂਪਰੇਚਰ ਇੱਕ ਬਹੁਤ ਵੱਡਾ ਰੋਲ ਜਿਹੜਾ ਵਾ ਪਲੇ ਕਰਦਾ ਵਾ, ਹੈ ਨਾ। ਇਸ ਕਰਕੇ ਹੀ ਖਾਣਾ ਜਿਹੜਾ ਵਾ ਉਹ ਚੰਗੀ ਤਰ੍ਹਾਂ ਕੁੱਕ ਕਰਦੇ ਆ ਤਾਂ ਜੋ ਜਿਹੜੇ ਹੈਗੇ ਮਾਈਕਰੋ ਆਰਗੈਨਿਜ਼ਮਸ ਉਹ ਚੰਗੀ ਤਰ੍ਹਾਂ ਮਰ ਜਾਣ, ਖਤਮ ਹੋ ਜਾਣ, ਅਤੇ ਫਿਰ ਅਸੀਂ ਉਹ ਖਾਣਾ ਜਿਹੜਾ ਖਾ ਸਕੀਏ। ਅਤੇ ਜਿਵੇਂ ਹੁਣ ਕਈ ਮਾਈਕਰੋ ਆਰਗੈਨਿਜ਼ਮਸ ਠੰਡਾ, ਜਿਹੜੀ ਬਹੁਤ ਜ਼ਿਆਦਾ ਠੰਡਾ ਹੋ ਜਾਏ ਨਾ ਤਾਪਮਾਨ, ਟੈਂਪਰੇਚਰ ਘੱਟ ਜੇ, ਉਹਦੇ 'ਤੇ ਸਰਵਾਈਵ ਨਹੀਂ ਕਰ ਸਕਦੇ, ਅਤੇ ਕਈ ਇਹੋ ਜਿਹੇ ਹੈਗੇ ਆ ਜਿਹੜੇ ਬਹੁਤ ਜ਼ਿਆਦਾ ਹਾਈ ਹੋ ਜਾਏ ਟੈਂਪਰੇਚਰ, ਉਹਦੇ 'ਤੇ ਸਰਵਾਈਵ ਨਹੀਂ ਕਰ ਸਕਦੇ। ਅਤੇ ਕਈ ਕਰ 'ਤੇ ਜਾਂਦੇ ਆ ਦੋਨਾਂ ਦੇ ਵਿੱਚ, ਪਰ ਅਸੀਂ ਉਹਨੂੰ ਇਹੋ ਜਿਹਾ ਟਰੀਟਮੈਂਟ ਦੇ ਦਿੰਦੇ ਆ ਜਿਹੜੇ ਮਰ ਜਾਂਦੇ। ਹੁਣ ਮੈਂ ਅਗਲੀ ਗੱਲ ਉਹੀ ਦੱਸਣ ਚੱਲੀ ਹਾਂ, ਜਿਵੇਂ ਪੈਕਟਸ ਦੇ ਵਿੱਚ ਦੁੱਧ ਪਿਆ ਹੁੰਦਾ, ਅਸੀਂ ਜਿਹਨੂੰ ਸਿੱਧਾ ਵੀ ਪੀ ਲਈਏ ਤਾਂ ਅਸੀਂ ਬਿਮਾਰ ਨਹੀਂ ਹੁੰਦੇ। ਕਿਉਂ? ਉਹ ਪੈਸਚਰਾਈਜ਼ਡ ਮਿਲਕ ਹੁੰਦਾ, ਜਿਹਨੂੰ ਪੀਣ ਦੇ ਨਾਲ ਬਿਮਾਰ ਨਹੀਂ ਹੁੰਦੇ। ਅਸੀਂ ਆ ਕਰਨ ਤੋਂ ਪਹਿਲਾਂ ਪਹਿਲਾਂ ਡੈਫੀਨੇਸ਼ਨ ਪੜ੍ਹਾਂਗੇ। ਹਾਂ, ਇਹ ਹੈ। ਹੁਣ ਇਹ ਪੈਸਚਰਾਈਜੇਸ਼ਨ ਹੁੰਦੀ ਕੀ ਹੈ ਨਾ, ਪਹਿਲਾਂ ਹੀ ਆ ਪੜ੍ਹਾਂਗੇ। ਇਹ ਇੱਕ ਇਹੋ ਜਿਹਾ ਪ੍ਰੋਸੈਸ ਹੈ ਜਿਹਦੇ ਵਿੱਚ ਦੁੱਧ ਨੂੰ ਪਹਿਲੋਂ ਤਾਂ ਬਹੁਤ ਹਾਈ ਟੈਂਪਰੇਚਰ 'ਤੇ ਲੈ ਕੇ ਜਾਇਆ ਜਾਂਦਾ ਹੈ। ਇਹਦੇ ਵਿੱਚ ਲਿਖਿਆ 70 ਡਿਗਰੀ, ਮਤਲਬ ਸਭ ਤੋਂ ਪਹਿਲੋਂ ਉਹਨੂੰ ਚੰਗੀ ਤਰ੍ਹਾਂ ਗਰਮ ਕੀਤਾ ਜਾਂਦਾ ਹੈ। ਇਹ ਜਿਹੜਾ ਸਾਰਾ ਪ੍ਰੋਸੈਸ ਹੈ ਨਾ 30 ਸੈਕਿੰਡਸ ਦੇ ਵਿੱਚ ਹੁੰਦਾ ਹੈ, ਮਤਲਬ 1 ਮਿੰਟ ਵੀ ਨਹੀਂ ਲੱਗਦਾ। ਇਹ ਪ੍ਰੋਸੈਸ ਨੂੰ ਕੰਪਲੀਟ ਹੋਣ 'ਚ 1 ਮਿੰਟ ਵੀ ਨਹੀਂ ਲੱਗਦਾ। ਅਸੀਂ ਬੈਕਟੀਰੀਆ ਨੂੰ ਸਟੇਬਲ ਹੋਣ ਦੇ ਲਈ ਟਾਈਮ ਹੀ ਨਹੀਂ ਦਿੱਤਾ। ਪਹਿਲਾਂ ਉਹਨੂੰ ਹਾਈ ਟੈਂਪਰੇਚਰ 'ਤੇ ਲੈ ਗਏ 70 ਡਿਗਰੀ ਸੈਲਸੀਅਸ 'ਤੇ, ਇੱਕਦਮ ਉਹਨੂੰ ਥੱਲੇ ਲੈ ਆਏ ਫਿਰ, ਠੀਕ ਹੈ, ਮਤਲਬ ਚਿਲਡ ਕਰ ਦਿੱਤਾ ਸਡਨਲੀ। ਪਹਿਲਾਂ ਹਾਈ ਟੈਂਪਰੇਚਰ 'ਤੇ ਲੈ ਗਏ, ਫਿਰ ਕੋਲਡ ਟੈਂਪਰੇਚਰ 'ਤੇ ਲੈ ਗਏ, ਹੈ ਨਾ। ਜਦੋਂ ਹੀ ਇਸ ਤਰ੍ਹਾਂ ਕੀਤਾ ਤਾਂ ਕਈ ਬੈਕਟੀਰੀਆਜ਼ ਹਾਈ ਟੈਂਪਰੇਚਰ 'ਤੇ ਮਰਦੇ ਸੀ, ਕਈ ਲੋ ਟੈਂਪਰੇਚਰ 'ਤੇ ਮਰਦੇ ਸੀ, ਉਹ ਸਾਰੇ ਮਰ ਗਏ। ਇਹ ਪੂਰਾ ਪ੍ਰੋਸੈਸ ਜਿਹੜਾ ਵਾ ਉਹ 15 ਤੋਂ 30 ਸੈਕਿੰਡਸ ਦੇ ਵਿੱਚ ਹੋ ਜਾਂਦਾ ਹੈ। ਅਤੇ ਫਿਰ ਜਦੋਂ ਸਡਨਲੀ ਇੱਕਦਮ ਚਿਲਡ ਹੋਇਆ, ਉਹਨੂੰ ਪੈਕਟਸ ਦੇ ਵਿੱਚ ਬੰਦ ਕਰ ਦਿੱਤਾ ਜਾਂਦਾ। ਚਿਲਡ ਦਾ ਮਤਲਬ ਇਹ ਨਹੀਂ ਕਿ ਉਹਦੇ 'ਚ ਬਰਫ਼ ਜਮਾ ਦੇਣੇ, ਐਡਾ ਉਹਨੂੰ ਚਿਲਡ ਨਹੀਂ ਕਰਦੇ, ਮਤਲਬ ਉਹਦੀ ਫੋਰਮ ਜਿਹੜੀ ਆ ਉਹ ਲਿਕੁਇਡ ਹੀ ਰਹਿੰਦੀ ਆ। ਇਹਦੇ ਨਾਲ ਕੀ ਹੋ ਗਿਆ, ਸਾਰੇ ਮਾਈਕਰੋ ਆਰਗੈਨਿਜ਼ਮਸ ਜਿਹੜੇ ਮਰ ਗਏ। ਇਹ ਉਹਨਾਂ ਨੇ ਵੈਸੇ ਲਿਖਿਆ, ਇਹਦੇ ਵਿੱਚ ਇਹੀ ਇੰਪੋਰਟੈਂਟ ਸੀ। ਇਹ ਹੁਣ ਇਹ ਸਾਰਾ ਪ੍ਰੋਸੈਸ ਹੈ, ਇਹਦਾ ਨਾਮ ਪੈਸਚਰਾਈਜੇਸ਼ਨ ਕਿਉਂ ਪਿਆ? ਕਿਉਂਕਿ ਇਹ ਜਿਹੜਾ ਪ੍ਰੋਸੈਸ ਹੈ ਉਹਨੂੰ ਕਿਹਨੇ ਲੱਭਿਆ? ਲੂਇਸ ਪੈਸਚਰ ਨਾਮ ਦੇ ਇੱਕ ਆਦਮੀ ਨੇ, ਇਸ ਕਰਕੇ ਸਾਇੰਟਿਸਟ ਹੈ ਲੂਇਸ ਪੈਸਚਰ, ਅਤੇ ਉਹਦੇ ਨਾਮ 'ਤੇ ਹੀ ਇਹ ਪ੍ਰੋਸੈਸ ਦਾ ਨਾਮ ਪੈ ਗਿਆ ਪੈਸਚਰਾਈਜੇਸ਼ਨ, ਠੀਕ ਹੈ। ਹੁਣ ਸਟੋਰੇਜ ਐਂਡ ਪੈਕੇਜਿੰਗ, ਅਸੀਂ ਰੈਡੀ ਟੂ ਈਟ ਫੂਡ ਖਾਂਦੇ ਹਾਂ, ਹੈ ਨਾ। ਕਹਿੰਦੇ ਆ ਕਿ ਦੀਸ ਡੇਜ਼ ਜਿਹੜੇ ਡਰਾਈ ਫਰੂਟਸ ਆ, ਇੱਥੋਂ ਤੱਕ ਕਿ ਵੈਜੀਟੇਬਲਸ ਵੀ ਹੁਣ ਕਟਾਈਆਂ ਸਾਨੂੰ ਮਿਲਣ ਲੱਗ ਪਈਆਂ, ਉਹਨਾਂ ਨੂੰ ਏਅਰ ਟਾਈਟ ਪੈਕਟਸ ਦੇ ਵਿੱਚ ਬੰਦ ਕਰਕੇ ਵੇਚਦੇ ਆ ਤਾਂ ਜੋ ਉਹਦਾ ਕੰਟੈਕਟ ਹੈ ਜਿਹੜਾ ਉਹ ਬਾਹਰ ਨਹੀਂ ਆਏਗਾ। ਜਦੋਂ ਕੰਟੈਕਟ ਬਾਹਰ ਨਹੀਂ ਆਇਆ, ਮੋਇਸਚਰ ਅੰਦਰ ਨਹੀਂ ਗਿਆ, ਮਾਈਕਰੋਬਸ ਕਿੱਥੋਂ ਚਲ ਜਾਣਗੇ। ਇਸ ਕਰਕੇ ਇਹ ਬਹੁਤ ਵਧੀਆ ਇੱਕ ਮੀਡੀਅਮ ਹੈ। ਪਰ ਹਾਲਾਂਕਿ ਕਈ ਵਾਰੀ ਕੀ ਹੋ ਜਾਂਦਾ, ਉਹਨਾਂ ਵਿੱਚ ਸ਼ੇਕ ਹੋ ਜਾਂਦੇ ਆ, ਮਾਈਕਰੋਬਸ ਅੰਦਰ ਆਉਂਦੇ ਆ ਅਤੇ ਉਹ ਵੀ ਖਰਾਬ ਹੋ ਜਾਂਦੇ ਆ। ਪਰ ਜਿੱਥੋਂ ਤੱਕ ਹੋ ਸਕੇ ਇਹ ਵਧੀਆ ਇੱਕ ਹੈਗਾ ਵਾ ਕਦਮ ਕਿ ਇਹਨਾਂ ਦੀ ਜਿਹੜੀ ਪੈਕੇਜਿੰਗ ਹੈ ਉਹ ਵਧੀਆ ਹੁੰਦੀ ਹੈ, ਅਤੇ ਸਟੋਰੇਜ ਲਈ ਬਹੁਤ ਵਧੀਆ। ਅੱਜ ਦੇ ਲਈ ਇੰਨਾ ਹੀ ਬਸ।